प्यारे दर्शकों, पंजाबनामा शो दे विच तुहाडा निघा स्वागत है। इस शो दे विच साडे नाल उगे प्रोफैसर कमलजीत कौर ढिल्लों हन, जिन्हां दा किसान मोर्चे नाल, इस्त्री लहर नाल ते मनुखी अधिकारां दे नाल बड़ा नेड़ दा वाह वास्ता रहा। ते एक गल मैं खास तौर पर अपने दर्शकों नूं दसना चाहुंदा कि जदों धारा 370 ਤੇ 35 ਇਹ ਤੋੜੀ गई सी ਤੇ ਜਿਹੜੀ जम्मू कश्मीर ਦੇ ਵਿੱਚ ਔਰਤਾਂ ਦਾ ਪਹਿਲਾ ਵਫਦ ਗਿਆ ਸੀਗਾ, 5 ਮੈਂਬਰੀ ਵਫਦ ਗਿਆ ਸੀ। ਉਸ ਵਫਦ ਦੇ ਵਿੱਚ ਪ੍ਰੋਫੈਸਰ ਢਿੱਲੋਂ ਹੁਣੀ ਵੀ ਸ਼ਾਮਲ ਸੀ, ਜਿਨ੍ਹਾਂ ਨੇ ਉੱਥੋਂ ਵਾਪਸ ਆਉਣ ਤੋਂ ਬਾਅਦ ਇੱਕ ਰਿਪੋਰਟ ਦਿੱਤੀ ਸੀਗੀ। ਉਹ ਦਿੱਲੀ ਦੇ ਵਿੱਚ ਵੀ ਰਿਲੀਜ਼ ਹੋਈ ਸੀ, ਚੰਡੀਗੜ੍ਹ ਦੇ ਵਿੱਚ ਵੀ ਰਿਲੀਜ਼ ਹੋਈ ਸੀ। ਉਹਦਾ ਆਪਣਾ ਇੱਕ ਇੰਪੈਕਟ ਹੈਗਾ। ਤੇ ਇਹ ਪ੍ਰੋਫੈਸਰ ਢਿੱਲੋਂ ਹੁਣੀ ਇਹ ਮੋਗੇ ਜ਼ਿਲ੍ਹੇ ਨਾਲ ਸੰਬੰਧਿਤ ਨੇ, ਪਰ ਹੁਣ ਪਿਛਲੇ 4 ਦਹਾਕਿਆਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੀ ਰਹਿ ਰਿਹਾ। पर इन्हां दा विद्यार्थी लहर नाल भी संबंध रहा ते उस तो बाद जिहड़ा औरतां दे अधिकारां नाल, उन्हां दे हकूकां नाल ते इस किसान मोर्चे दे विच भी उन्हां ने लंबा समा लाया। हुण भी 1 महीना उत्थे ला के आ रहा। ते जिहड़ी पिछले दिनी किसान संसद होई है, उस किसान संसद दे विच 3 सैशन सीगे। एक सैशन दे विच ढिल्लों हुणी जिहड़े आ उहदे डिप्टी स्पीकर सीगे। ते असीं उन्हां तों जानना चाहांगे कि उन्हां दा उस दिन दा की अनुभव है। ਉਹ ਸਾਡੇ ਦਰਸ਼ਕਾਂ ਨੂੰ ਉਹਦੇ ਆਪਣੇ ਅਨੁਭਵ ਜਿਹੜੇ ਸਾਡੇ ਨਾਲ ਸਾਂਝੇ ਕਰਨ। ਪ੍ਰੈਸ ਢਿੱਲੋਂ ਜੀ ਸ਼ੁਕਰੀਆ ਜੰਮੂ ਜੀ। ਕਿਸਾਨ ਸੰਸਦ 22 ਜੁਲਾਈ ਤੋਂ ਸ਼ੁਰੂ ਹੋਈ ਸੀ, ਪਰ 26 ਜੁਲਾਈ ਨੂੰ ਜਿਹੜੀ ਮਹਿਲਾ ਕਿਸਾਨ ਸੰਸਦ ਸੀ, ਮਹਿਲਾ ਕਿਸਾਨ ਜਨ ਸੰਸਦ ਦੇ ਤੌਰ ਤੇ ਜਿਹੜੀ ਅਸੀਂ ਕੀਤੀ, ਉਹਦਾ ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਵੱਡਾ ਮਹੱਤਵ ਹੈ। ਤੇ ਇਸਤਰੀ ਜਿਹੜੇ ਸਾਡੇ ਅੰਦੋਲਨ ਨੇ, ਖਾਸ ਕਰਕੇ ਇਸਤਰੀ ਦੀ ਜਿਹੜਾ ਸਸ਼ਕਤੀਕਰਨ ਦੇ ਵਿੱਚ ਬਹੁਤ ਵੱਡਾ ਇੱਕ ਮੀਲ ਪੱਥਰ ਸਾਬਤ ਹੋਏਗਾ ਕਿ ਔਰਤਾਂ ਜਿਹੜੀਆਂ ਪਹਿਲਾਂ ਜਨ ਸੰਸਦ ਹੁੰਦੀ ਹੈ ਇੱਕ ਖਿਆਲ ਦੀਆਂ ਔਰਤਾਂ ਦੀ, ਪਰ ਇਹ ਜਿਹੜੀਆਂ ਵੱਖਰੇ ਵੱਖਰੇ 40 ਜਥੇਬੰਦੀਆਂ ਨਾਲ ਸੰਬੰਧਿਤ ਔਰਤਾਂ ਉੱਥੇ ਸ਼ਾਮਲ ਹੋਈਆਂ। ਤੇ ਉਸ ਤੋਂ ਬਾਅਦ ਉਹਨਾਂ ਨੇ ਬੜੇ ਵਿਧੀਵਤ ਢੰਗ ਨਾਲ, ਬੜੇ ਹੀ ਜਿਹੜਾ ਹੈ ਜਿਸ ਨੂੰ ਅਸੀਂ ਕਹਾਂਗੇ ਸੰਵਿਧਾਨਿਕ ਜਿਹੜੇ ਸਾਡੇ ਰੂਲਸ ਹੁੰਦੇ ਨੇ, ਜਿਵੇਂ ਸੰਸਦ ਚੱਲਦੀ ਆ, ਉਹਨੂੰ ਅਪਣਾਉਂਦੇ ਹੋਏ ਉੱਥੇ 5 ਜਿਹੜੇ ਹੈਗੇ ਨੇ ਸਾਡੇ ਰੈਜ਼ੋਲੂਸ਼ਨ ਪਾਸ ਕੀਤੇ। ਤੇ ਨਾਲ ਦੀ ਨਾਲ ਜਿਹੜਾ ਕੀ ਰੈਜ਼ੋਲੂਸ਼ਨ ਸੀਗੇ ਜਿਹੜੇ ਪਾਸ? ਹਾਂਜੀ, ਜਿਹੜਾ ਸਾਡਾ ਇੱਕ ਤਾਂ ਪਹਿਲਾ ਮਤਾ ਹੈ ਸਾਡਾ ਉਸ ਦਿਨ ਸੀ ਕਿ ਜਿਹੜਾ ਹੈ ਖੇਤੀ ਜਿਹੜੇ ਜ਼ਰੂਰੀ ਵਸਤਾਂ ਦਾ ਕਾਨੂੰਨ, ਉਸ ਦਿਨ ਉਸ ਤੇ ਬਹਿਸ ਹੋਈ। ਤੇ ਪਹਿਲਾ ਜਿਹੜਾ ਹੈ ਉਹਨਾਂ ਨੇ ਇਹ ਗੱਲ ਕੀਤੀ ਕਿ ਇਹ 3 ਖੇਤੀ ਕਾਨੂੰਨ ਰੱਦ ਕੀਤੇ ਜਾਣ। ਉਹਦੇ ਤੇ ਜਿਹੜੇ ਦੂਸਰੇ 2 ਕਾਨੂੰਨ ਸੀ ਉਹਨਾਂ ਤੇ ਸੰਖੇਪ ਬਹਿਸ ਹੋਈ, ਪਰ ਡਿਟੇਲ ਦੇ ਵਿੱਚ ਜਿਹੜਾ ਜ਼ਰੂਰੀ ਵਸਤਾਂ ਦਾ ਕਾਨੂੰਨ ਹੈ ਉਹਦੇ ਤੇ ਬਹਿਸ ਹੋ ਕੇ ਉਸ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ। ਪਹਿਲਾ ਮਤਾ ਇਹ ਸੀ। ਦੂਸਰਾ ਇਹ ਸੀ ਕਿ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੋਦੀ ਸਰਕਾਰ, ਬੀਜੇਪੀ ਸਰਕਾਰ ਇਹ ਕਹਿੰਦੀ ਹੈ ਕਿ ਜਿਹੜਾ ਭਾਰਤ ਮਾਤਾ ਹੈ ਉਹ ਕੇਵਲ ਜੋ ਮੋਦੀ ਸਰਕਾਰ ਜਾਂ ਬੀਜੇਪੀ ਸਰਕਾਰ ਦਾ ਏਜੰਡਾ ਹੈ ਜਾਂ RSS ਦਾ ਏਜੰਡਾ ਹੈ, ਉਹੀ ਜਿਹੜੀ ਭਾਰਤ ਜਿਹੜੀ ਹੈ ਸਾਡੀ ਭਾਰਤ ਮਾਤਾ ਹੈ। ਪਰ ਔਰਤਾਂ ਨੇ ਉੱਥੇ ਦੱਸਿਆ ਕਿ ਭਾਰਤ ਮਾਤਾ ਸਾਡੀ ਹੈ ਔਰ ਅਸੀਂ ਜਿਹੜਾ ਹੈ ਇਸ ਦੇ ਜਿਹੜੇ ਅਸੀਂ ਇਸ ਦੇ ਵਸਨੀਕ ਹਾਂ। ਜਿਵੇਂ ਸੰਵਿਧਾਨ ਸਾਡਾ ਕਹਿੰਦਾ ਕਿ ਵੀ ਦਾ ਪੀਪਲ ਆਫ ਇੰਡੀਆ। ਸੋ ਇਸ ਕਰਕੇ ਸੰਵਿਧਾਨ ਦੇ ਦਾਇਰੇ ਵਿੱਚ ਰਹਿੰਦਿਆਂ ਉਹਨਾਂ ਨੇ ਬੜੇ ਹੀ ਆਪਣੇ ਇੱਕ ਸੁਲਝੇ ਹੋਏ ਢੰਗ ਨਾਲ ਇਹ ਜਨ ਸੰਸਦ ਚਲਾਈ। ਦੂਸਰਾ ਜਿਹੜਾ ਅਹਿਮ ਪੱਖ ਸੀ ਕਿ ਜਿੰਨੇ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਤੇ ਦੂਸਰਾ ਮਤਾ ਵੀ ਇਹ ਸੀ ਕਿ ਉਹਨਾਂ ਕਿਸਾਨਾਂ ਨੂੰ ਤੁਸੀਂ ਜਿਸ ਤਰ੍ਹਾਂ ਸਾਡੇ ਜੰਗ ਦੇ ਮਹਾਜ ਤੇ ਜਵਾਨ ਸ਼ਹੀਦ ਹੁੰਦਾ ਹੈ, ਇਹ ਆਰਥਿਕ ਜਿਹੜੀ ਸਾਡੀ ਜੰਗ ਹੈ, ਆਰਥਿਕ ਜੰਗ ਦੇ ਵਿੱਚ ਸ਼ਹੀਦ ਹੋਏ ਸਾਰੇ ਸਾਡੇ ਜਿਹੜੇ ਮਰਦ ਤੇ ਔਰਤਾਂ ਹੈ, ਉਹਨਾਂ ਨੂੰ ਉਹ ਦਰਜਾ ਜਵਾਨਾਂ ਵਾਲਾ ਹੀ ਦਿੱਤਾ ਜਾਵੇ। ਜੋ ਸਹੂਲਤਾਂ ਜਿਹੜਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਜੰਗ ਦੇ ਮਹਾਜ ਤੇ ਸ਼ਹੀਦ ਹੁੰਦੇ ਨੇ। ਚਲੋ ਤੁਸੀਂ ਉਹਨਾਂ ਨੂੰ ਸ਼ਹੀਦਾਂ ਵਾਲਾ ਦਰਜਾ ਦੇਣ ਦੀ ਗੱਲ ਕਰਦੇ ਹੋ। ਸਰਕਾਰ ਕਹਿੰਦੀ ਸਾਡੇ ਕੋਲ ਅੰਕੜੇ ਨਹੀਂ ਇਸ ਅੰਦੋਲਨ 'ਚ ਕਿੰਨੇ ਕਿਸਾਨ ਸ਼ਹੀਦ ਹੋਏ, ਜਦੋਂ ਕਿ ਉੱਥੋਂ 10 ਕਿਲੋਮੀਟਰ ਨਹੀਂ ਗਾ ਹੋਣਾ ਪਾਰਲੀਮੈਂਟ ਤੋਂ। ਤੇ ਜੇ ਸਰਕਾਰ ਸਹਿਰਦ ਹੋਵੇ ਤਾਂ ਮੇਰੇ ਖਿਆਲ ਅੰਕੜੇ ਲੈਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੋਏਗੀ। ਜੰਮੂ ਜੀ, ਬੜੇ ਹੀ ਸਾਨੂੰ ਜਿਹੜੀ ਹੈ ਇੱਕ ਸ਼ਰਮਨਾਕ ਗੱਲ ਹੈ ਸਰਕਾਰ ਲਈ ਕਿ
ਉਹ ਉਸ ਨੂੰ ਇਹ ਪਤਾ ਹੀ ਨਾ ਹੋਵੇ, ਇਹ ਉਹਨਾਂ ਦੀ ਬੇਈਮਾਨੀ ਹੈ। ਇਹ ਬੇਈਮਾਨੀ ਹੈ। ਇਹੀ ਗੱਲ ਇਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਬਾਰੇ ਵੀ ਕਹੀ ਸੀਗੀ। ਹਾਂਜੀ, ਇਹ ਉਹਨਾਂ ਦੀ ਬੇਈਮਾਨੀ ਹੈ ਔਰ ਉਹਨਾਂ ਨੂੰ ਸਭ ਕੁਝ ਪਤਾ ਹੈ। ਇੰਟੈਲੀਜੈਂਸ ਏਜੰਸੀਆਂ ਉੱਥੇ ਚੱਪੇ ਚੱਪੇ ਤੇ ਨੇ ਔਰ ਅਗਰ ਨਹੀਂ ਪਤਾ ਤੇ ਉਹ ਕਿਸਾਨਾਂ ਤੋਂ ਡਾਟਾ ਲੈ ਸਕਦੀਆਂ ਨੇ। ਉਹ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ 11 ਰਾਉਂਡ ਜਿਹੜੇ ਕਿਸਾਨਾਂ ਨੇ ਉਹਨਾਂ ਨਾਲ ਡਿਸਕਸ਼ਨ ਦੇ ਕੀਤੇ ਤੇ ਉਹ ਕਹਿੰਦੇ ਜੀ ਸਾਨੂੰ ਤਾਂ ਉਹ ਦੱਸ ਹੀ ਨਹੀਂ ਸਕੇ ਕਿ ਕਾਲਾ ਕੀ ਹੈ ਕਾਨੂੰਨਾਂ ਦੇ ਵਿੱਚ। ਸੋ ਇਸ ਤਰ੍ਹਾਂ ਦੀ ਜਿਹੜੀ ਸਰਕਾਰ ਹੈ ਇਹ ਕਾਰਪੋਰੇਟਾਂ ਦੀ ਨੁਮਾਇੰਦਗੀ ਕਰਦੀ ਸਰਕਾਰ ਹੈ, ਇਹ ਲੋਕਾਂ ਦੀ ਨੁਮਾਇੰਦਗੀ ਕਰਦੀ ਸਰਕਾਰ ਨਹੀਂ ਹੈ। ਤੀਸਰਾ ਬੜਾ ਅਹਿਮ ਜਿਹੜਾ ਪ੍ਰਸਤਾਵ ਸੀ ਉਹ ਸੀ 33% ਰਿਜ਼ਰਵੇਸ਼ਨ ਦਾ, ਔਰਤਾਂ ਨੂੰ ਰਾਖਵੇਂ ਕਰਨ ਦੇ। ਹਾਂਜੀ, ਔਰਤਾਂ ਦੀ ਜਿਹੜੀ ਇਹ ਤਾਂ ਕਾਨੂੰਨ ਜਿਹੜਾ ਬਿੱਲ ਹੈ ਪਿਛਲੇ 25 ਸਿਲਵਰ ਜੁਬਲੀ ਹੋਣ ਵਾਲੀ ਹੈ, ਇੰਨੇ ਸਮੇਂ ਤੋਂ ਲਟਕਦਾ ਆ ਰਿਹਾ। ਜੀ ਬਿਲਕੁਲ ਠੀਕ ਕਿਹਾ ਤੁਸੀਂ। ਇਹ ਜਿਹੜਾ ਹੈ 1996 ਦੇ ਵਿੱਚ ਗੀਤਾ ਮੁਖਰਜੀ ਉਸ ਦੀ ਚੇਅਰਪਰਸਨ ਸਨ, ਜਿਹੜੀ CPI ਦੀ MP ਸਨ ਔਰ ਬੰਗਾਲ ਤੋਂ ਆਉਂਦੇ ਸਨ ਔਰ ਉਹ ਸਿਲੈਕਟ ਕਮੇਟੀ ਦੇ ਵਿੱਚ ਗਿਆ ਔਰ ਇੱਕ ਜਿਹੜਾ ਸਾਡਾ ਰਾਜ ਸਭਾ ਦੇ ਵਿੱਚ ਜਿਹੜਾ ਪਹਿਲਾਂ ਲੋਕ ਸਭਾ ਚੋਂ ਪਾਸ ਹੋਇਆ, ਫਿਰ ਰਾਜ ਸਭਾ ਚੋਂ ਰੱਦ ਹੋ ਗਿਆ, ਫਿਰ ਲੋਕ ਸਭਾ ਚ ਆਇਆ, ਫਿਰ ਉਹ ਸਿਲੈਕਟ ਕਮੇਟੀ ਕੋਲ ਪਿਆ ਤੇ ਉਦੋਂ BJP ਜਿਹੜੀ ਹੈ ਆਪੋਜੀਸ਼ਨ ਦੇ ਵਿੱਚ ਸੀ ਤੇ ਉਹਨਾਂ ਨੇ ਉਦੋਂ ਇਹ ਗੱਲ ਕਹੀ ਕਿ ਜਿਹੜੀ ਕਾਂਗਰਸ ਸਰਕਾਰ ਪਾਸ ਨਹੀਂ ਕਰਨਾ ਚਾਹੁੰਦੀ, ਤਾਂ ਇਸ ਕਰਕੇ ਜਦੋਂ ਅਸੀਂ ਪਾਵਰ ਦੇ ਵਿੱਚ ਆਵਾਂਗੇ ਤੇ ਅਸੀਂ ਇਸ ਨੂੰ 33% ਰਿਜ਼ਰਵੇਸ਼ਨ ਨੂੰ ਅਸੀਂ ਲਾਗੂ ਕਰਾਂਗੇ। ਤੇ ਇਸ ਹਾਊਸ ਨੇ ਜਿਹੜੀ ਕਿਸਾਨ ਜਿਹੜੀ ਹੈ ਔਰਤ ਕਿਸਾਨ ਜਨ ਸੰਸਦ ਸੀ, ਉਸਨੇ ਬੜੇ ਫੋਰਸਫੁਲੀ ਤਰੀਕੇ ਦੇ ਨਾਲ, ਇਹ ਜ਼ੋਰਦਾਰ ਤਰੀਕੇ ਨਾਲ ਕਿਹਾ ਕਿ ਇਹ 33% ਰਿਜ਼ਰਵੇਸ਼ਨ ਦਾ ਜਿਹੜਾ ਬਿੱਲ ਹੈ ਉਹ ਇਸੇ ਸਦਨ ਵਿੱਚ ਪਾਸ ਹੋਵੇ ਤੇ ਔਰਤਾਂ ਨੂੰ ਪਾਰਲੀਮੈਂਟ ਦੇ ਵਿੱਚ ਘੱਟੋ ਘੱਟ 33% ਤੇ ਕੁਝ ਸਮੇਂ ਤੱਕ ਜਿਹੜਾ ਹੈ ਕੁਝ ਸਮੇਂ ਬਾਅਦ 50% ਤੱਕ ਇਸ ਨੂੰ ਲਿਜਾਇਆ ਜਾਵੇ ਵਿਧਾਨ ਸਭਾਵਾਂ ਵਿੱਚ ਤੇ ਜਿਹੜੀ ਹੈ ਸਾਡੇ ਪਾਰਲੀਮੈਂਟ ਦੇ ਵਿੱਚ। ਤੇ ਤੁਹਾਨੂੰ ਮੈਂ ਇਹ ਦੱਸਾਂ ਕਿ 12 ਸਤੰਬਰ ਨੂੰ 2021 ਨੂੰ ਇਸ ਬਿੱਲ ਨੂੰ ਪਾਰਲੀਮੈਂਟ ਵਿੱਚ ਪਏ ਹੋਏ 25 ਸਾਲ ਹੋ ਜਾਣੇ। ਸਿਲਵਰ ਜੁਬਲੀ ਹੋ ਜਾਏਗੀ। ਇਹ ਸਿਲਵਰ ਜੁਬਲੀ ਹੋਏਗੀ। 7 ਸਾਲ ਤੋਂ ਵੱਧ ਸਮਾਂ ਹੋ ਗਿਆ BJP ਦੀ ਸਰਕਾਰ ਨੂੰ ਸੱਤਾ ਤੇ ਆਇਆ ਤੇ ਅਜੇ ਤੱਕ ਇਹਨਾਂ ਨੇ ਇਸ ਬਿੱਲ ਬਾਰੇ ਕੁਝ ਨਹੀਂ ਕੀਤਾ। ਬਿਲਕੁਲ ਠੀਕ। 2014 ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਹੀ ਅਸੀਂ ਸੱਤਾ ਚਾਹਾਂਗੇ ਅਸੀਂ ਔਰਤਾਂ ਨੂੰ ਨੁਮਾਇੰਦਗੀ ਦੇਵਾਂਗੇ ਔਰ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ MP ਚੁਣੀਆਂ ਹੋਈਆਂ ਉਹ ਵੀ ਇਸ ਗੱਲ ਲਈ ਬਾਹਰ ਜਿਹੜਾ ਹੈ ਆਪਣੇ ਜਿਹੜਾ ਜਿਸ ਨੂੰ ਅਸੀਂ ਕਹੀਏ ਇਨਫਾਰਮਲ ਮੀਟਿੰਗ ਦੇ ਵਿੱਚ ਉਹ ਕਹਿੰਦੀਆਂ ਕਿ ਅਸੀਂ ਹੱਕ 'ਚ ਹਾਂ, ਪਰ ਜਦੋਂ ਉਹਨਾਂ ਨੂੰ MP ਦੇ ਤੌਰ ਤੇ ਜਦੋਂ ਪਾਰਲੀਮੈਂਟ 'ਚ ਬੋਲਦੀਆਂ ਨੇ ਤੇ ਉਹ ਜਿਹੜੀਆਂ ਨੇ ਉਹਦੇ ਬਾਰੇ ਜਿਹੜਾ ਹੈ ਕੁਝ ਵੀ ਨਹੀਂ ਬੋਲਦੀਆਂ। ਮੌਨ ਵਰਤੀ ਹੋ ਜਾਂਦਾ ਜੀ। ਜਿਹੜਾ ਉਹਨਾਂ ਦਾ ਜਿਹੜਾ ਸਾਡਾ ਤੀਸਰਾ ਮਤਾ ਸੀ ਉਹ ਇਹ ਸੀ ਕਿ ਜਿਹੜੇ ਸਾਡੇ ਕਿਸਾਨ ਉੱਥੇ ਸ਼ਹੀਦ ਹੋਏ ਨੇ ਉਹਨਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਜਿਹੜੀ ਹੈ ਬਰਾਬਰ ਦਾ ਜਿਹੜਾ ਹੈ ਉਹਨਾਂ ਨੂੰ ਜੰਗੇ ਆਜ਼ਾਦੀ ਦਾ ਜਿਸ ਤਰ੍ਹਾਂ ਮੈਂ ਕਿਹਾ ਉਹ ਮੰਨਿਆ ਜਾਏ। ਇੱਕ ਬਹੁਤ ਮਹੱਤਵਪੂਰਨ ਮਤਾ ਇਹਦੇ ਵਿੱਚ ਸੀ ਜਿਹੜਾ ਕਿ ਕਿਸਾਨ ਔਰਤ ਨੂੰ ਅਜੇ ਤੱਕ ਕਿਸਾਨ ਦੇ ਤੌਰ ਤੇ ਤਸਲੀਮ ਨਹੀਂ ਕੀਤਾ ਗਿਆ, ਕਿਉਂਕਿ ਤੁਹਾਨੂੰ ਪਤਾ ਹੈ ਕਿ 80% ਔਰਤਾਂ ਸਿੱਧੇ ਤੌਰ ਤੇ ਕਿਸਾਨੀ ਦੇ ਪੇਸ਼ੇ ਨਾਲ ਜੁੜੀਆਂ ਹੋਈਆਂ, ਜਿਸ ਦੇ ਵਿੱਚ ਸਾਡੀਆਂ ਦਲਿਤ ਔਰਤਾਂ ਹੈ, ਵਰਕਰ ਜਿਹੜੀਆਂ ਸਾਡੀਆਂ ਮਜ਼ਦੂਰ ਔਰਤਾਂ ਨੇ ਤੇ ਉਹਦੇ ਵਿੱਚ ਸਾਡੀਆਂ 40% ਔਰਤਾਂ ਜਿਹੜੀਆਂ ਨੇ ਉਹ ਜਿਵੇਂ ਅਸੀਂ ਕਹਿੰਦੇ ਆ ਰੈਂਟ ਤੇ ਲੈ ਕੇ, ਜਿਨ੍ਹਾਂ ਦੀ ਜ਼ਮੀਨ ਆਪਣੀ ਨਹੀਂ ਹੈ, ਇੱਕ ਮੁਜਾਰੇ ਵਰਗੀ ਜਿਹੜੀ ਹੈ ਪਰਿਸਥਿਤੀ ਦੇ ਵਿੱਚ ਦੂਸਰੇ ਦੀ ਜ਼ਮੀਨ ਲੈ ਕੇ ਆਪ ਖੇਤੀ ਕਰਦੀਆਂ ਨੇ। ਤੇ ਇਸੇ ਤਰ੍ਹਾਂ ਹੀ 29% ਔਰਤਾਂ ਜਿਹੜੀਆਂ ਨੇ ਆਪਣੀ ਜ਼ਮੀਨ ਤੇ ਹੀ ਖੇਤੀ ਕਰਦੀਆਂ ਨੇ। ਤੁਹਾਨੂੰ ਮੈਂ ਦੱਸ ਦਿਆਂ ਕਿ 2017 ਦਾ ਗਵਰਨਮੈਂਟ ਆਫ ਇੰਡੀਆ ਦਾ ਸੈਂਪਲ ਸਰਵੇ ਆਫ ਇੰਡੀਆ ਹੈ, ਉਹਦੇ ਵਿੱਚ ਜਿਵੇਂ ਸਾਡੇ ਪੰਜਾਬ ਦੇ ਵਿੱਚ ਪੰਜਾਬ ਜਾਂ ਜਿਹੜੇ ਸਾਡੇ UP ਬਿਹਾਰ ਦੇ ਵਿੱਚ ਔਰਤਾਂ ਕਪਾਹ ਚੁਗਦੀਆਂ ਨੇ ਤੇ ਉਹਨਾਂ ਨੂੰ ਡੇਅਰੀ ਫਾਰਮਿੰਗ ਸਾਡੀ ਜਿਹੜੀ ਆ ਘਰਾਂ ਦੇ ਵਿੱਚ ਮੱਝਾਂ ਪਾਲਦੀਆਂ ਨੇ, ਘਰ ਦੇ ਮਜ਼ਦੂਰਾਂ ਦੀ ਖੇਤਾਂ 'ਚ ਰੋਟੀ ਲੈ ਕੇ ਜਾਂਦੀਆਂ ਨੇ ਜਾਂ ਉੱਥੇ ਹੋਰ ਜਿਹੜੀਆਂ ਸਹਾਇਕ ਧੰਦੇ ਦੇ ਤੌਰ ਤੇ ਉੱਥੇ ਸ਼ਾਮਲ ਹੁੰਦੀਆਂ ਨੇ, ਉਹਨਾਂ ਨੂੰ ਵੀ ਉਹਨਾਂ ਨੇ ਖੇਤੀ ਧੰਦੇ ਦੇ ਤੌਰ ਤੇ ਤਸਲੀਮ ਕੀਤਾ। ਸੋ ਇਸ ਕਰਕੇ ਇਸ ਤਰੀਕੇ ਨਾਲ 80% ਔਰਤਾਂ ਸਾਡੀਆਂ ਕਿਸਾਨੀ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਤੇ ਉਹ ਔਰਤਾਂ ਦੇ ਜਦੋਂ ਪਤੀ ਕਈ ਵਾਰੀ ਸੁਸਾਈਡ ਕਰ ਜਾਂਦੇ ਜਾਂ ਵੈਸੇ ਅਚਨਚੇਤ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਹ ਪ੍ਰਾਪਰਟੀ ਉਹਨਾਂ ਦੇ ਸਾਰੇ ਜਿਹੜੇ ਰਾਈਟਸ ਹੈ ਜਦੋਂ ਔਰਤ ਦੇ ਨਾਂ ਤੇ ਸ਼ਿਫਟ ਹੋਣੇ ਹੁੰਦੇ ਆ ਤੇ ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਸ ਹਾਊਸ ਨੇ ਕਿਹਾ ਕਿ ਪ੍ਰਾਪਰਟੀ ਰਾਈਟਸ ਜਿਹੜੇ ਨੇ ਉਸ ਕਿਸਾਨ ਔਰਤ ਨੂੰ ਬਿਨਾਂ ਕਿਸੇ ਸਿਫਾਰਿਸ਼ ਤੋਂ ਬਿਊਰੋਕ੍ਰੇਸੀ ਦੀਆਂ ਜਿਹੜੀਆਂ ਹਰਡਲਸ ਤੋਂ ਬਚਾ ਕੇ ਸਿੱਧੇ ਤੌਰ ਤੇ ਕਾਨੂੰਨ ਬਣਾਉਣਾ ਚਾਹੀਦਾ। ਸੋ
ਢਿੱਲੋਂ ਜੀ, ਜਿਹੜੇ ਤੁਸੀਂ 5 ਮਤੇ ਪਾਸ ਕੀਤੇ, ਤੁਹਾਨੂੰ ਲੱਗਦਾ ਵੀ ਇਹਨਾਂ ਮਤਿਆਂ ਦਾ ਕੋਈ ਇੰਪੈਕਟ ਪਏਗਾ, ਕੋਈ ਅਸਰ ਪਏਗਾ? ਸਰਕਾਰ ਇਹਨਾਂ ਬਾਰੇ ਕੋਈ ਸੋਚੇਗੀ ਜਾਂ ਸੂਬਾਈ ਸਰਕਾਰਾਂ ਜਿਹੜੀਆਂ ਉਹ ਇਹਨਾਂ ਬਾਰੇ ਸੋਚਣਗੀਆਂ? ਜੀ ਬਿਲਕੁਲ, ਅਸੀਂ ਇਹ ਆਸ ਤਾਂ ਕਰ ਸਕਦੇ ਹਾਂ, ਪਰ ਜਿਹੜੀ ਬੋਲੀ ਸਰਕਾਰ ਹੁੰਦੀ ਆ ਉਹਨੂੰ ਸੁਣਾਉਣ ਲਈ ਬਹੁਤ ਉੱਚੀ ਬੋਲਣਾ ਪੈਂਦਾ ਹੈ। ਜਿਵੇਂ ਕਿ ਜਿਹੜਾ ਸਾਡਾ ਇਹ ਖੇਤੀ ਕਾਨੂੰਨ ਹੈ, ਜਿਹਦੇ ਉੱਤੇ ਕਾਨੂੰਨ ਬਣਾਏ ਨੇ ਸੈਂਟਰ ਗਵਰਨਮੈਂਟ ਨੇ, ਤਾਂ ਸਟੇਟ ਸਬਜੈਕਟ ਹੈ, ਤੇ ਸਟੇਟ ਸਬਜੈਕਟ ਦੇ ਵਿੱਚ ਤੇ ਉਹ ਦਖਲਅੰਦਾਜ਼ੀ ਨਹੀਂ ਕਰ ਸਕਦੀ, ਤੇ ਇਹ ਅਨਕਨਸਟੀਟਿਊਸ਼ਨਲ ਉਸਨੇ ਕੀਤਾ ਹੈ ਕੰਮ। ਇਹ ਮੋਦੀ ਸਰਕਾਰ ਨੇ ਸੰਵਿਧਾਨ ਤੋਂ ਬਾਹਰ ਜਾ ਕੇ ਸੰਵਿਧਾਨ ਦੀ ਜਿਹੜੀ ਉਲੰਘਣਾ ਕੀਤੀ ਹੈ। ਇਹਦੇ ਬਾਰੇ ਤੇ ਕੋਰਟ, ਸੁਪਰੀਮ ਕੋਰਟ ਦੇ ਵਿੱਚ ਰਿਟ ਦਾਇਰ ਹੋਣੀ ਚਾਹੀਦੀ ਹੈ ਕਿ ਇਹ ਉਸਨੇ ਅਸੰਵਿਧਾਨਿਕ ਗੱਲ ਕੀਤੀ ਹੈ। ਸੋ ਇਹ ਸੁਪਰੀਮ ਕੋਰਟ ਨੇ ਵੀ, ਮੇਰਾ ਖਿਆਲ ਇਹ ਮਾਮਲਾ ਆਇਆ ਸੀਗਾ, ਸੁਪਰੀਮ ਕੋਰਟ ਨੇ ਜਿਹੜਾ ਸਾਲਸੀ ਦਾ ਇਹਦੇ 'ਚ ਫੈਸਲਾ ਕੀਤਾ, ਜਾਂ ਤਿੰਨੇ ਕਾਨੂੰਨ ਹੋਲਡ ਤੇ ਰੱਖਤੇ, ਪੈਂਡਿੰਗ ਕਰਤੇ ਆ। ਪਰ ਇੱਕ ਜਿਹੜੇ ਜਸਟਿਸ ਕਾਟਜੂ ਰਹੇ ਨੇ ਸੁਪਰੀਮ ਕੋਰਟ ਦੇ ਜੱਜ, ਉਹਨਾਂ ਕਿਹਾ ਸੀ ਵੀ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਆ, ਜਿਹੜਾ ਬੈਂਚ ਬਣਿਆ, ਉਹਨਾਂ ਨੂੰ ਇਸ ਗੱਲ ਦਾ ਫੈਸਲਾ ਕਰਨਾ ਚਾਹੀਦਾ ਵੀ ਇਹ ਦੱਸਣਾ ਚਾਹੀਦਾ ਦੇਸ਼ ਨੂੰ ਵੀ ਇਹ ਕਾਨੂੰਨ ਸੰਵਿਧਾਨਕ ਆ ਜਾਂ ਗੈਰ ਸੰਵਿਧਾਨਕ ਨੇ, ਪਰ ਅਜੇ ਤੱਕ ਇਹਦੇ ਬਾਰੇ ਕੋਈ ਫੈਸਲਾ ਨਹੀਂ ਹੋਇਆ। ਹਾਂ, ਇਹ ਬੜੀ ਸਾਡੀ ਬਦਕਿਸਮਤੀ ਹੈ, ਜਾਂ ਇਹ ਬੜਾ ਸਾਨੂੰ ਇਸ ਗੱਲ ਲਈ ਆ ਕਿ ਸਾਡੇ ਜਿਹੜੇ ਫੈਸਲੇ ਨੇ ਕੋਰਟਾਂ ਦੇ ਵਿੱਚ ਉਹ ਲੰਬੇ ਪਏ ਰਹਿੰਦੇ ਨੇ, ਜਿਹੜੇ ਆ ਬਹੁਤ ਸਾਲਾਂ ਵੱਧੀ ਰਹਿੰਦੇ ਨੇ, ਤੇ ਉਹ ਫਿਰ ਜਿਹੜਾ ਹੈ ਜਦੋਂ ਉਹ ਕਿਤੇ ਕਿਸੇ ਦੇ ਹੱਕ ਵਿੱਚ ਆਉਂਦਾ ਤੇ ਉਸ ਦੀ ਕੋਈ ਜ਼ਿਆਦਾ ਅਹਿਮੀਅਤ ਨਹੀਂ ਰਹਿ ਜਾਂਦੀ। ਪਰ ਇਹ ਕਾਨੂੰਨ ਜਿਸ ਤਰ੍ਹਾਂ ਸਾਡੇ ਕਿਸਾਨ ਜਿਹੜੇ ਨੇ ਉਹ ਸਰਹੱਦਾਂ ਤੇ ਬੈਠੇ ਹੋਏ ਨੇ, ਜਦੋਂ ਮੈਂ ਕਿਸਾਨ ਕਹਿ ਰਹੀ ਹਾਂ ਉਹਦੇ 'ਚ ਮਰਦ ਤੇ ਔਰਤਾਂ ਦੋਨੇ ਹੀ ਸ਼ਾਮਲ ਨੇ। ਮੇਰਾ ਜਿਹੜਾ ਹੈ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦੇ 8 ਮਹੀਨੇ ਹੋ ਗਏ ਉਹਨਾਂ ਨੂੰ ਉੱਥੇ ਬੈਠਿਆਂ ਨੂੰ, ਤੇ ਉਹਨਾਂ ਦੀ ਜਿਹੜੇ ਬਾਰੇ ਦੇ ਵਿੱਚ ਜਿਹੜਾ ਹੈ, ਈਵਨ ਕਿ ਇੱਕ ਵਾਰੀ ਸੁਪਰੀਮ ਕੋਰਟ ਨੇ ਇਹ ਗੱਲ ਕਹਿ ਦਿੱਤੀ ਕਿ ਬਜ਼ੁਰਗਾਂ ਤੇ ਔਰਤਾਂ ਨੂੰ ਵਾਪਸ ਘਰ ਚਲੇ ਜਾਣਾ ਚਾਹੀਦਾ ਦਸੰਬਰ ਮਹੀਨੇ, ਜਦੋਂ ਅੱਤ ਦੀ ਸਰਦੀ ਸੀ। ਹੁਣ ਜੇ ਮੈਂ ਇਹ ਦੇਖਿਆ ਜਾਵੇ, ਉੱਥੇ ਜਿਹੜਾ ਇੱਕ ਸਰਵੇ ਹੋਇਆ, ਡਿਟੇਲ 'ਚ ਨਹੀਂ ਹੋਇਆ, ਪਰ ਮੋਟਾ ਜਿਹੜਾ ਸਰਵੇ ਹੋਇਆ ਕਿ ਉਹਦੇ ਵਿੱਚ ਜਿਹੜਾ ਹੈ 70%, 60 ਤੋਂ 70% ਤਾਂ 60 ਸਾਲ ਤੋਂ ਉੱਪਰ ਦੇ ਕਿਸਾਨ ਬੈਠੇ ਹੋਏ ਨੇ, ਔਰਤਾਂ ਮਰਦ ਉੱਥੇ ਬੈਠੇ ਹੋਏ ਨੇ, 8-8 ਮਹੀਨੇ ਤੋਂ ਗਏ ਨਹੀਂ। ਤੇ ਇਹ ਇੱਕ ਜਿਹੜੀ ਹੈ ਨਾ ਮਨੂਵਾਦੀ ਸੋਚ ਕਿ ਔਰਤਾਂ ਨੂੰ ਵੀ ਘਰਾਂ 'ਚ ਭੇਜ ਦਿਓ, ਇਹ ਜਾਂ ਔਰਤਾਂ ਰੱਖੀਆਂ ਹੋਈਆਂ ਨੇ ਉੱਥੇ ਲਿਆ ਕੇ। ਔਰਤਾਂ ਦੀ ਜਿਹੜੀ ਜਨ ਸੰਸਦ ਸੀ, ਉਹਨੇ ਇਹ ਸਾਬਤ ਕਰ ਦਿੱਤਾ ਕਿ ਔਰਤਾਂ ਬੌਧਿਕ ਤੌਰ ਤੇ ਇਹਨਾਂ ਬਿੱਲਾਂ ਬਾਰੇ ਸਮਝਦੀਆਂ ਨੇ ਤੇ ਆਪਣੀ ਰਾਏ ਰੱਖਦੀਆਂ ਨੇ, ਤੇ ਉਹ ਸਰਕਾਰ ਨੂੰ ਦੱਸ ਸਕਦੀਆਂ ਨੇ ਕਿ ਔਰਤਾਂ ਜੇ ਚੁੱਲ੍ਹਾ ਵੀ ਚਲਾਉਂਦੀਆਂ ਨੇ, ਖੇਤੀਬਾੜੀ ਕਰਦੀਆਂ ਨੇ, ਖੇਤ ਖਲਿਆਣ ਜਾ ਕੇ ਕੰਮ ਕਰਦੀਆਂ ਨੇ, ਤੇ ਉਹ ਸੜਕ ਤੇ ਆ ਕੇ ਉਹਨਾਂ ਬਿੱਲਾਂ ਵਿਰੁੱਧ ਬੋਲ ਵੀ ਸਕਦੀਆਂ ਨੇ, ਤੇ ਸੰਸਦ ਦੇ ਵਿੱਚ ਜਾ ਕੇ ਉਹ ਪ੍ਰਤੀਨਿਧਤਾ ਵੀ ਕਰ ਸਕਦੀਆਂ ਨੇ। ਇਹ ਜਿਹੜਾ ਕਿਸਾਨ ਸੰਸਦ ਕੀਤੀ ਗਈ ਤੇ 9 ਅਗਸਤ ਨੂੰ ਫੇਰ ਹੋਣੀ ਆ, ਇਹਦਾ ਕੀ ਇੰਪੈਕਟ ਕੀ ਪੈ ਰਿਹਾ ਔਰਤਾਂ ਦੇ ਉੱਪਰ, ਕਿਸਾਨ ਮੋਰਚੇ ਦੇ ਉੱਪਰ, ਵੈਸੇ ਸਮਾਜ ਦੇ ਉੱਪਰ ਕੀ ਅਸਰ ਜਾ ਰਿਹਾ? ਇਹ ਇੱਕ ਬੜਾ ਹਾਂ ਪੱਖੀ ਜਿਹੜਾ ਹੈ ਇਹ ਉਹਦਾ ਜਿਹੜਾ ਅਸਰ ਪਏਗਾ, ਔਰ ਇਹ ਕਿਸਾਨ ਜਿਹੜਾ ਮੋਰਚਾ ਹੈ ਸਾਡਾ ਜਾਂ ਉਹਦੀ ਲੀਡਰਸ਼ਿਪ ਹੈ, ਉਹਨਾਂ ਨੇ ਬੜੇ ਬੈਠ ਕੇ ਫੈਸਲਾ ਕੀਤਾ। 22 ਜੁਲਾਈ ਤੋਂ ਜਿਹੜੀ ਕਿਸਾਨ ਸੰਸਦ ਲੱਗ ਰਹੀ ਹੈ ਉਹਦੇ 'ਚ ਔਰਤਾਂ ਜਾ ਰਹੀਆਂ ਨੇ, ਪਰ ਵੱਡੀ ਗਿਣਤੀ 'ਚ ਨਹੀਂ ਸੀ ਜਾ ਰਹੀਆਂ, ਜਾਂ ਥੋੜੀ ਗਿਣਤੀ ਜਾਂਦੀਆਂ ਨੇ, ਤੇ ਉਹਨਾਂ ਨੇ ਸਪੈਸ਼ਲ 2 ਸੈਸ਼ਨ ਜਿਹੜੇ ਆ ਔਰਤਾਂ ਨੂੰ ਦਿੱਤੇ ਕਿ ਤੁਸੀਂ ਆਪਣੀ ਗੱਲ ਫੋਰਸਫੁਲੀ ਤਰੀਕੇ ਨਾਲ ਆ ਕੇ ਕਹੋ। ਉਹਦੇ ਵਿੱਚ ਬਹੁਤ ਸਾਰੀਆਂ ਔਰਤਾਂ ਐਸੀਆਂ ਸੀ ਜਿਹੜੀਆਂ ਪਹਿਲੀ ਵਾਰੀ ਉਸ ਕਿਸਾਨ ਸੰਸਦ ਦੇ ਵਿੱਚ ਆਈਆਂ, ਤੇ ਉਹ ਬੜੀਆਂ ਉਤਸ਼ਾਹਿਤ ਹੋ ਕੇ ਗਈਆਂ। ਤੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਇਹ ਅੱਜ ਕੱਲ IT ਦਾ ਜ਼ਮਾਨਾ ਹੈ, ਮੀਡੀਆ ਦਾ ਜ਼ਮਾਨਾ ਹੈ, ਉਸ ਸੰਸਦ ਦਾ ਜਦੋਂ ਲਾਈਵ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ, ਤੇ ਘੱਟੋ ਘੱਟ ਸੰਸਾਰ ਦੇ ਸਾਰੇ ਦੇਸ਼ਾਂ ਨੇ ਜਿੱਥੇ ਪੰਜਾਬੀ, ਹਿੰਦੁਸਤਾਨੀ ਜਾਂ ਜਿਹੜੇ ਹੋਰ ਸਾਰੇ ਜਿਹੜੇ ਸਾਡੇ ਨੌਨ ਹਿੰਦੁਸਤਾਨੀ ਵੀ ਨੇ, ਉਹ ਵੀ ਇਸ ਸੰਸਦ ਨੂੰ ਦੇਖ ਰਹੇ ਸੀ, ਤੱਕ ਰਹੇ ਸੀ। ਇਸੇ ਕਰਕੇ ਜੰਮੂ ਜੀ, ਜਿਹੜਾ ਕੱਲ ਪਰਸੋਂ ਜਿਹੜਾ ਹੈ ਅਮਰੀਕਾ ਦਾ ਵਿਦੇਸ਼ ਮੰਤਰੀ ਵੀ ਇੱਥੇ ਆਇਆ, ਉਹਨੇ ਇਹ ਗੱਲ ਕਹੀ ਕਿ ਜਿਹੜਾ ਡੀਸੈਂਡ ਹੈ, ਜਿਹੜੀ ਵਿਰੋਧ ਦੀ ਆਵਾਜ਼ ਹੈ, ਉਸ ਨੂੰ ਸੁਣਨਾ ਵੀ ਚਾਹੀਦਾ ਸਰਕਾਰਾਂ ਨੂੰ, ਤੇ ਸਵੀਕਾਰ ਵੀ ਕਰਨਾ ਚਾਹੀਦਾ, ਤੇ ਸਤਿਕਾਰ ਵੀ ਕਰਨਾ ਚਾਹੀਦਾ ਹੈ। ਤੇ ਇਹ ਗੱਲ ਕਹਿਣੀ ਤੁਹਾਡੇ ਦੇਸ਼ ਦੇ ਵਿੱਚ ਆ ਕੇ ਕਿਸੇ ਵਿਦੇਸ਼ ਮੰਤਰੀ ਦੀ, ਇਹ ਉਸ ਸਰਕਾਰ ਦੇ ਲਈ ਸੋਚਣ ਦੀ ਘੜੀ ਹੈ, ਤੇ ਉਹਨਾਂ ਨੂੰ ਸੋਚ ਕੇ ਜਿਹੜੇ ਸਾਡੇ ਸੰਵਿਧਾਨਿਕ ਹੱਕ ਨੇ, ਸਾਡੀ ਫਰੀडम ਆਫ ਸਪੀਚ ਹੈ, ਉਹਦੇ ਬਾਰੇ ਉਹਨੂੰ ਜਿਹੜਾ ਹੈ ਇਹ ਸਾਡੇ ਅਧਿਕਾਰਾਂ ਦੀ ਰਾਖੀ ਕਰਨੀ ਚਾਹੀਦੀ ਹੈ। ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਕਿ ਸਾਡੀਆਂ ਜਦੋਂ ਜਨ ਸੰਸਦ ਸੀ, ਪਹਿਲਾਂ ਤੇ ਬਹੁਤ ਸਾਰੀਆਂ ਹਰਡਲ ਜਿਹੜੀਆਂ ਸਨ ਉਹ ਸਰਕਾਰ ਨੇ 30-35 ਹਜ਼ਾਰ ਜਿਹੜੇ ਪੁਲਿਸ ਵਾਲੇ ਲਾ ਕੇ ਉੱਥੇ ਸਾਡੇ ਲਈ ਖੜੀਆਂ ਕੀਤੀਆਂ ਹੋਈਆਂ ਸੀ। ਅਸੀਂ ਟਾਈਮ ਸਿਰ ਨਹੀਂ ਪਹੁੰਚ ਸਕੇ,
ਤੇ ਕੁਝ ਜਿਹੜੀਆਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਦੀਆਂ ਔਰਤਾਂ ਸੀ ਉਹ ਉੱਥੇ ਜਨ ਸੰਸਦ ਦੇ ਅੱਗੇ ਆ ਕੇ ਔਰਤਾਂ ਨੂੰ ਵੈਲਕਮ ਕਰਨ ਲਈ ਖੜੀਆਂ ਹੋਈਆਂ ਸੀ ਤੇ ਉਹਨਾਂ ਨੇ ਜਿਹੜਾ ਸਾਡੀ ਉਥੋਂ ਦੀ ਪੁਲਿਸ ਸੀ ਦਿੱਲੀ ਦੀ, ਉਹਨਾਂ ਨੂੰ ਫੜ ਕੇ 12 ਖੰਭਾ ਥਾਣੇ ਚ ਲੈ ਗਈ ਤੇ ਸ਼ਾਮ ਤੱਕ ਉਹਨਾਂ ਨੂੰ ਉੱਥੇ ਬਿਠਾਈ ਰੱਖਿਆ ਤੇ ਫਿਰ ਉਹਨਾਂ ਨੂੰ ਛੱਡਿਆ। ਨਾ ਉਹਨਾਂ ਕੋਲੇ ਕੋਈ ਹਥਿਆਰ ਸੀ, ਨਾ ਉਹ ਕੋਈ ਆਤੰਕਵਾਦੀ ਸੀ ਜਿਵੇਂ ਕਿ ਹੁਣ ਤੱਕ ਸਾਡੇ ਜਿਹੜੇ ਕਿਸਾਨ ਮੋਰਚੇ ਨੂੰ ਉਹ ਕਹਿੰਦੇ ਆ ਅੱਤਵਾਦੀ ਆ, ਆਤੰਕਵਾਦੀ ਆ, ਇਹ ਸਰਫਿਰੇ ਆ, ਨਰਾਰਥਿਕ ਆ, ਇਹੋ ਜਿਹੇ ਸ਼ਬਦ। ਮੈਂ ਇੱਕ ਹੋਰ ਸਵਾਲ ਜਿਹੜਾ ਨਾ ਤੁਹਾਨੂੰ ਕਰਨਾ ਚਾਹੁੰਦਾ। ਮੈਂ ਦੇਖਦਾ ਵੀ ਜਿੱਥੇ ਮਰਦ ਔਰਤ ਦੋਨੇ ਜਿਹੜੇ ਕਿਸਾਨ ਇਹਦੇ ਚ ਸ਼ਾਮਲ ਹੋ ਗਏ ਮੋਰਚੇ ਚ, ਤੇ ਉੱਥੇ ਘਰਾਂ ਦੇ ਵਿੱਚ ਵੀ ਗੱਲਾਂ ਜਿਹੜੀਆਂ ਇਹਦੇ ਬਾਰੇ, ਮੋਰਚੇ ਦੀ ਸਫਲਤਾ ਬਾਰੇ, ਮੋਰਚੇ ਦੇ ਵੱਖ-ਵੱਖ ਪੱਖਾਂ ਬਾਰੇ ਹੁੰਦੀਆਂ। ਮੇਰਾ ਖਿਆਲ ਇਹਦਾ ਅਸਰ ਬੱਚਿਆਂ ਤੇ ਵੀ ਪਿਆ ਤੇ ਮੈਂ ਦੇਖਿਆ ਇੱਥੇ ਚੰਡੀਗੜ੍ਹ ਦੇ ਵਿੱਚ ਵੀ, ਮੋਹਾਲੀ ਦੇ ਵਿੱਚ ਵੀ, ਮੋਰਚੇ 'ਚ ਵੀ ਜਾ ਕੇ ਵੀ ਬੱਚੇ ਵੀ ਹੁਣ ਜਿਹੜੇ ਆ ਉਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਨਾਅਰੇ ਲਾਉਣ ਲੱਗੇ। ਕੀ ਇਹ ਅੰਦੋਲਨ, ਇਹਦੇ ਤੋਂ ਤੁਸੀਂ ਕੀ ਅੰਦਾਜ਼ਾ ਕਰਦੇ ਹੋ? ਬਿਲਕੁਲ, ਇਹ ਜਿਹੜਾ ਕਿਸਾਨ ਅੰਦੋਲਨ ਤੋਂ ਅੱਗੇ ਜਾ ਕੇ ਜਨ ਅੰਦੋਲਨ ਦੇ ਵਿੱਚ ਸ਼ਿਫਟ ਹੋਣ ਦੀ ਨਿਸ਼ਾਨੀ ਹੈ। ਸਾਡੇ ਪਿੰਡਾਂ ਦੇ ਵਿੱਚ ਬੱਚਿਆਂ ਨੇ ਛੋਟੇ-ਛੋਟੇ ਗਰੁੱਪ ਬਣਾ ਕੇ ਪਿੰਡਾਂ ਦੇ ਵਿੱਚ ਉਹ ਪ੍ਰਭਾਤ ਫੇਰੀ ਕਰਦੇ ਨੇ। ਉੱਥੇ ਵੀ ਕਿਉਂਕਿ ਔਰਤਾਂ ਦੀ ਇੱਕ ਵੱਡਾ ਜਿਹੜੀ ਜ਼ਿੰਮੇਵਾਰੀ ਹੈ ਆਪਣੇ ਬੱਚਿਆਂ ਨੂੰ ਸੰਭਾਲਣਾ ਜਾਂ ਕਿਚਨ ਨੂੰ ਸੰਭਾਲਣਾ, ਤੇ ਉਹ ਔਰਤਾਂ ਆਪਣੇ ਨਾਲ ਬੱਚਿਆਂ ਨੂੰ ਲੈ ਕੇ ਆਉਂਦੀਆਂ ਨੇ ਤੇ ਇਹ ਆਉਣ ਵਾਲੀ ਪੀੜ੍ਹੀ ਦੇ ਉੱਤੇ ਬਹੁਤ ਵੱਡਾ ਅਸਰ ਪਏਗਾ। ਉਹਨਾਂ ਦੀ ਸਿਮਰਤੀ ਦੇ ਵਿੱਚ ਇਹ ਗੱਲ ਰਹੇਗੀ ਕਿ ਅਸੀਂ ਇੱਕ ਕਿਸਾਨ ਅੰਦੋਲਨ ਦੇ ਵਿੱਚ ਗਏ ਸੀ ਤੇ ਅੱਜ ਦੇ ਜਿਹੜੇ ਕਿਸਾਨ ਹੈ ਉਹ ਆਪਣਾ ਉਹ ਇੱਕ ਇਤਿਹਾਸਿਕ ਫਰਜ਼ ਅਦਾ ਕਰ ਰਹੇ ਹੈ ਕਿ ਅਸੀਂ ਜ਼ੁਲਮ ਦੇ ਅੱਗੇ ਨਹੀਂ ਝੁਕੇ। ਮੈਂ ਇੱਕ ਗੱਲ ਹੋਰ ਕਹਿ ਦਿਆਂ, ਇੱਕ ਜਿਹੜਾ 5ਵਾਂ ਮਤਾ ਸੀ ਪੇਸ਼ ਕੀਤਾ, ਜਿਸ ਤਰ੍ਹਾਂ ਮੈਂ ਇਹ ਗੱਲ ਦੱਸ ਰਹੀ ਸੀ ਤੁਹਾਨੂੰ ਕਿ ਇੱਥੋਂ ਦੀ ਇੱਕ ਜਿਹੜੀ MP ਆ ਉਹਨੇ ਕਿਹਾ ਜੀ ਕਿਸਾਨ ਤਾਂ ਮਵਾਲੀ ਨੇ। ਜਿਹੜਾ ਸਾਡਾ ਐਗਰੀਕਲਚਰ ਮਿਨਿਸਟਰ ਤੋਮਰ ਉਹਨੇ ਕਿਹਾ ਜੀ ਇਹ ਤਾਂ ਨਰਾਰਥਿਕ ਹੈ ਮੋਰਚਾ। ਉਸ ਤੋਂ ਪਹਿਲਾਂ ਔਰਤਾਂ ਬਾਰੇ ਬਹੁਤ ਅਪਸ਼ਬਦ ਬੋਲੇ ਤੇ ਔਰਤਾਂ ਦੇ ਉਸ ਹਾਊਸ ਨੇ ਇਸ ਦਾ ਨਿੰਦਾ ਮਤਾ ਪ੍ਰਸਤਾਵ ਜਿਹੜਾ ਹੈ, ਨਿੰਦਾ ਪ੍ਰਸਤਾਵ ਇਹਨਾਂ ਗੱਲਾਂ ਦਾ ਕੀਤਾ। ਉਹਨਾਂ ਨੇ ਮੋੜਵੇਂ ਰੂਪ ਚ ਕਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਨੇ ਅਸਲ ਦੇ ਵਿੱਚ ਉਹ ਜਿਹੜੀ ਸਾਡੀ ਚੁਣੀ ਹੋਈ ਪਾਰਲੀਮੈਂਟ ਹੈ ਉਹਦੇ ਵਿੱਚ ਬੈਠਣ ਦੇ ਕਾਬਲ ਹੀ ਨਹੀਂ, ਉਹ ਖੁਦ ਮਵਾਲੀ ਨੇ, ਉਸ ਮਾਨਸਿਕਤਾ ਦੇ ਨੇ। ਜਦੋਂ ਕਿ ਔਰਤਾਂ ਨੇ ਇੱਕ ਪੂਰੇ ਦੇ ਪੂਰੇ ਜਿਹੜਾ ਹੈ ਇੱਕ ਜਿਹੜੀ ਇੱਕ ਵਿਧੀਵਤ ਢੰਗ ਨਾਲ ਇਹ ਦੱਸਿਆ ਗਿਆ ਕਿ ਅਸੀਂ ਕਿਸ ਤਰੀਕੇ ਦੀ ਸੰਸਦ ਚਲਾ ਸਕਦੀਆਂ ਤੇ ਉਹਦੇ ਵਿੱਚ ਉਤਸ਼ਾਹ ਬਹੁਤ ਸੀ। ਬੱਚੇ ਵੀ, ਸਾਡਾ ਇੱਕ ਬੱਚਾ ਸੀ ਉੱਥੇ ਸਾਡੇ ਨਾਲ ਗਿਆ ਹੋਇਆ, ਇੱਕ ਔਰਤ ਦੇ ਨਾਲ, ਉਹਨੇ ਵੀ ਉੱਥੇ ਸੰਸਦ ਦੇ ਵਿੱਚ ਭਾਗ ਲੈ ਕੇ ਉਹਨਾਂ ਨੂੰ ਸ਼ੁਭੇਛਾਵਾਂ ਦਿੱਤੀਆਂ ਔਰਤਾਂ ਨੂੰ ਤੇ ਨਾਲ ਦੀ ਨਾਲ ਮੋਦੀ ਗਵਰਨਮੈਂਟ ਨੂੰ ਇਹ ਕਿਹਾ ਕਿ ਤੁਸੀਂ ਇਹ ਕਾਨੂੰਨ ਵਾਪਸ ਲਓ, ਨਹੀਂ ਤਾਂ ਸਾਡੇ ਦੇਸ਼ ਦਾ ਬੱਚਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਏਗਾ। ਨਹੀਂ, ਤੁਸੀਂ ਦੇਖ ਨਹੀਂ ਰਹੇ, ਮਤਲਬ ਜਿੰਨੇ ਚਿਰ ਦਾ 8 ਮਹੀਨੇ ਦਾ ਅੰਦੋਲਨ ਚੱਲ ਰਿਹਾ, 8 ਮਹੀਨੇ ਤੋਂ ਉੱਪਰ ਹੋ ਗਿਆ, ਇਹਦੇ 'ਚ ਇੱਕ ਨਵੀਂ ਲੀਡਰਸ਼ਿਪ ਵੀ ਮਰਜ ਕਰ ਰਹੀ ਹੈ। ਔਰਤਾਂ ਦੀ ਵੀ, ਮਰਦਾਂ ਦੀ ਵੀ, ਨੌਜਵਾਨਾਂ ਦੀ ਵੀ ਇੱਕ ਨਵੀਂ ਲੀਡਰਸ਼ਿਪ ਨਹੀਂ ਮਿਲੇਗੀ? ਬਿਲਕੁਲ ਮੈਂ ਔਰਤਾਂ ਦੇ ਸੰਦਰਭ ਤੋਂ ਵੀ ਗੱਲ ਕਰਨਾ ਚਾਹਨੀ ਤੇ ਯੂਥ ਦੇ ਵੀ। ਜਿਹੜਾ ਯੂਥ ਸਾਡਾ ਜਿਹੜਾ ਨੌਜਵਾਨ ਸੀ, ਖਾਸ ਕਰਕੇ ਪੰਜਾਬ, ਹਰਿਆਣਾ, ਮੈਂ ਨਾਰਥ ਇੰਡੀਆ ਦੀ ਗੱਲ ਕਰਾਂ, ਉਹ ਕਈ ਵਾਰੀ ਉਦਾਸੀ ਦੇ ਵਿੱਚ ਸੀ, ਹੁਣ ਉਹ ਉਤਸ਼ਾਹ ਦੇ ਵਿੱਚ ਹੈ ਔਰ ਉਹ ਸਾਡੇ MLA MPs ਨੂੰ ਸਵਾਲ ਕਰਦੇ ਨੇ। ਉਹਨਾਂ ਨੂੰ ਇਹ ਹੋਇਆ ਕਿ ਅਸੀਂ ਚੁਣ ਕੇ ਭੇਜੇ ਹੈ, ਇਹ ਸਾਡੇ ਸੇਵਾਦਾਰ ਹੈ। ਤੇ ਤੁਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਵਾਰੀ ਇਹੋ ਜਿਹੇ ਕਲਿੱਪਸ ਦੇਖੋਗੇ ਜਾਂ ਜਿਹੜੇ ਵੀਡੀਓ ਦੇਖੋਗੇ ਜਿਹਦੇ 'ਚ ਉਹ ਖੜ ਕੇ ਸਵਾਲ ਕਰਦੇ ਨੇ। ਤੇ ਦੂਸਰਾ ਜਿਹੜੀ ਇੱਕ ਸੋਸ਼ਲ ਚੇਂਜ ਆਈ ਹੈ ਔਰਤਾਂ ਦੀ, ਘੱਟੋ ਘੱਟ ਉਹਨਾਂ ਦਾ ਨਾ ਇੱਕ ਜਿਹੜੀ ਓਰੀਐਂਟੇਸ਼ਨ ਹੈ, ਜਦੋਂ 5 ਜੂਨ ਨੂੰ ਆਰਡੀਨੈਂਸ ਲੈ ਕੇ ਆਈ ਮੋਦੀ ਸਰਕਾਰ, ਉਸ ਤੋਂ ਇੱਕਾ ਦੁੱਕਾ ਸਾਡੇ ਟੋਲ ਪਲਾਜ਼ਿਆਂ ਤੇ, ਸਾਡੇ ਬਾਰਡਰਸ ਤੇ ਜਾਂ ਸਾਡੇ ਕਿਧਰੇ ਹੋਰ ਜਿਹੜੀਆਂ ਸਾਡੀਆਂ ਜਨ ਸੰਸਥਾਵਾਂ ਸਨ ਜਾਂ ਸਥਾਨ ਸਨ, ਉੱਥੇ ਸਾਡੇ ਧਰਨੇ ਲੱਗੇ। ਪਰ 25 ਸਤੰਬਰ ਤੋਂ ਪੱਕੇ ਧਰਨੇ ਟੋਲ ਪਲਾਜ਼ੇ ਦੇ ਉੱਤੇ, ਰੇਲਵੇ ਸਟੇਸ਼ਨ ਦੇ ਉੱਤੇ ਬਹੁਤ ਵੱਡੀ ਦੇਰ ਤੱਕ ਜਿਹੜੀ ਹੈ ਉਹਦੇ ਤੇ ਰੇਲ ਰੋਕਣ ਦੇ ਲਈ ਜਿਹੜੇ ਹੈ ਉੱਥੇ ਸਾਡੇ ਧਰਨੇ ਲੱਗੇ। ਉਹ ਇੱਕ ਓਰੀਐਂਟੇਸ਼ਨ ਦਾ ਸੀ, ਇੱਕ ਮਤ ਦੇ ਉੱਤੇ, ਇੱਕ ਕਾਨੂੰਨ ਦੇ ਉੱਤੇ ਬਹਿਸ ਹੋਈ ਔਰ ਲੋਕਾਂ ਦੀ, ਔਰਤਾਂ ਤੇ ਮਰਦਾਂ ਦੀ ਓਰੀਐਂਟੇਸ਼ਨ ਹੋਈ। ਹੁਣ ਉੱਥੇ ਜਦੋਂ ਅਸੀਂ ਜਨ ਸੰਸਦ ਕਰ ਰਹੇ ਸੀ, ਜਿਹੜਾ ਉਹਨਾਂ ਨੂੰ ਮੀਡੀਆ ਨੂੰ ਲੱਗਦੀਆਂ ਸੀ ਇਹ ਤਾਂ ਜੀ ਪਿੰਡੂ ਹੈ, ਕੋਈ ਖੇਤ ਖਲਿਆਣ ਚੋਂ ਅਨਪੜ੍ਹ ਔਰਤ ਹੈ, ਉਹਨੂੰ ਸਵਾਲ ਪੁੱਛ ਰਹੇ ਸੀ ਤੇ ਉਹ ਬੜੇ ਠੋਕ ਕੇ ਉਹਦਾ ਜਵਾਬ ਦੇ ਰਹੀਆਂ ਸੀ ਤਫਸੀਲ ਦੇ ਨਾਲ। ਸੋ ਇਸ ਕਰਕੇ ਅਸੀਂ ਇਸ ਜਿਹੜੀ ਮੋਦੀ ਸਰਕਾਰ ਸਮਝਦੀ ਹੈ ਕਿ ਜਿਹੜੀ ਔਰਤਾਂ ਬੋਲ ਨਹੀਂ ਸਕਦੀਆਂ, ਔਰਤਾਂ ਜੋ ਪਤੀ ਕਹਿੰਦਾ ਹੈ, ਪਤਨੀ ਕਹਿੰਦਾ, ਭਰਾ ਕਹਿੰਦਾ ਹੈ, ਉਹ ਬੋਲਦੀਆਂ ਨੇ। ਔਰਤਾਂ ਨੇ ਦੱਸ ਦਿੱਤਾ ਕਿ ਸਾਡੇ ਦਿਮਾਗ ਨੇ,
ਤੇ ਅਸੀਂ ਬਰਾਬਰ ਦੀ ਸ਼ਮੂਲੀਅਤ ਜਿਹੜੀ ਹੈ ਇਸ ਅੰਦੋਲਨ ਦੇ ਵਿੱਚ ਕਰ ਰਹੇ ਹਾਂ। ਮੈਂ ਇੱਕ ਸੰਖੇਪ ਦੇ ਵਿੱਚ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਉਸ ਤੋਂ ਬਾਅਦ ਸਾਡਾ ਸਮਾਂ ਜਿਹੜਾ ਸਮਾਪਤ ਹੋ ਜਾਣਾ। ਮਤਲਬ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਔਰਤਾਂ ਜਿਹੜੀਆਂ ਅੰਦੋਲਨ ਦੇ ਵਿੱਚ ਕੁੱਦੀਆਂ ਨੇ, ਉਹਦੇ ਨਾਲ ਔਰਤ ਨੂੰ ਜਿਹੜਾ ਸਮਾਜ ਦੇ ਵਿੱਚ ਬਣਦਾ ਸਤਿਕਾਰ ਹੈ, ਉਹਦੀ ਜਿਹੜੀ ਥਾਂ ਹੈ ਉਹ ਵੀ ਮੇਰਾ ਖਿਆਲ ਮਿਲਣੀ ਸ਼ੁਰੂ ਹੋ ਜਾਏਗੀ। ਜਿਹੜੇ ਕਿ ਸਾਡਾ ਪੁਰਾਣਾ ਸਿਸਟਮ ਦੇ ਵਿੱਚ ਇਹ ਸੀ ਵੀ ਮਰਦ ਪ੍ਰਧਾਨ ਹੈ, ਉਹ ਮਿੱਥ ਜਿਹੜੀ ਆ ਉਹ ਵੀ ਟੁੱਟੇਗੀ ਤੇ ਮੇਰੇ ਖਿਆਲ ਔਰਤਾਂ ਆਪਣੇ ਹੱਕਾਂ ਲਈ ਹੋਰ ਮਜ਼ਬੂਤ ਹੋ ਕੇ ਲੜਨ ਲੱਗਣਗੇ। ਮੈਨੂੰ ਐਵੇਂ ਲੱਗਦਾ। ਤੁਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਸੰਖੇਪ ਦੇ ਵਿੱਚ? ਹਾਂ ਜੰਮੂ ਜੀ, ਗੱਲ ਇਹ ਹੈਗੀ ਹੈ ਕਿ ਜਿਹੜੀ ਸੋਸ਼ਲ ਚੇਂਜ ਹੈ ਜਾਂ ਮਾਨਸਿਕਤਾ ਹੈ, ਇਹ ਓਵਰਨਾਈਟ ਨਹੀਂ ਚੇਂਜ ਹੁੰਦੀ, ਪਰ ਇਸ ਤਰ੍ਹਾਂ ਦੇ ਅੰਦੋਲਨ, ਇਸ ਤਰ੍ਹਾਂ ਦੀ ਜਿਹੜੀ ਪਾਰਟਿਸਿਪੇਸ਼ਨ ਹੈ, ਇੱਕ ਸੋਸ਼ਲ ਚੇਂਜ ਨੂੰ ਜਨਮ ਜ਼ਰੂਰ ਦਿੰਦੀ ਹੈ। ਇਹ ਅੱਜ ਆਗਾਜ਼ ਹੋਇਆ ਕਿਉਂਕਿ ਸਾਡਾ ਜਿਹੜਾ ਹੈ ਹਿੰਦੁਸਤਾਨ ਤੇ ਖਾਸ ਕਰਕੇ ਨਾਰਥ ਇੰਡੀਆ ਇੱਕ ਪੈਟਰੀਆਰਕਲ ਮਾਈਂਡਸੈਟ ਦੇ ਨਾਲ ਔਰਤ ਨੂੰ ਦੇਖਦਾ ਹੈ। ਪਰ ਕਿਉਂਕਿ ਜਿਹੜਾ ਹੈ ਪੰਜਾਬ, ਹਰਿਆਣਾ, ਯੂਪੀ, ਇਹਦੇ ਵਿੱਚ ਸਾਡੀਆਂ ਜਿਹੜੀਆਂ ਫਰੀडम ਮੂਵਮੈਂਟਸ ਨੇ, ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਕਿ ਜਿਵੇਂ ਪੰਜਾਬ ਬਿਫੋਰ ਇੰਡੀਪੈਂਡੈਂਸ ਇਹਦਾ ਕੇਂਦਰ ਰਿਹਾ ਸਾਡੀ ਫਰੀडम ਮੂਵਮੈਂਟ ਦਾ, ਤੇ ਇਹ ਜਿਹੜਾ ਅੰਦੋਲਨ ਹੈ ਇਹ ਬੜਾ ਹਾਂ ਪੱਖੀ ਅਸਰ ਪਾਏਗਾ। ਇੱਕ ਸੋਸ਼ਲ ਚੇਂਜ ਜਿਹੜੀ ਹੋ ਰਹੀ ਹੈ, ਉੱਥੇ ਹੁਣ ਮੋਰਚੇ ਤੇ ਮਰਦ ਵੀ ਰੋਟੀਆਂ ਪਕਾ ਰਹੇ ਨੇ, ਸਬਜ਼ੀਆਂ ਬਣਾ ਰਹੇ ਨੇ, ਤੇ ਘਰਾਂ ਦੇ ਵਿੱਚ ਆ ਕੇ ਵੀ ਬਣਾਉਣ, ਇਹ ਅੱਛੀ ਗੱਲ ਹੈ ਇਸ ਤਰ੍ਹਾਂ ਦਾ ਵਰਤਾਰਾ। ਦੂਸਰਾ, ਇੱਕ ਔਰਤ ਨੂੰ ਇਨਸਾਨ ਦੇ ਤੌਰ ਤੇ ਤਸਲੀਮ ਕਰਨ ਦੀ ਜਿਹੜੀ ਕਵਾਇਦ ਹੈ ਇਹ ਸ਼ੁਰੂ ਹੋਈ ਹੈ ਕਿ ਔਰਤਾਂ ਨੂੰ ਤੁਸੀਂ ਘਟਾ ਕੇ ਨਹੀਂ ਦੇਖ ਸਕਦੇ, ਤੇ ਇਹਦੇ ਲਈ ਮਰਦਾਂ ਦਾ ਸਹਿਯੋਗ, ਕਿਉਂਕਿ ਜੇ ਅਸੀਂ ਦੇਖਿਆ ਜਾਏ ਔਰਤਾਂ ਦੇ ਮਸਲੇ ਸਮਾਜ ਦੇ ਮਸਲੇ ਨੇ, ਤੇ ਇਹਦੇ ਲਈ ਦੋਨਾਂ ਨੇ, ਮਰਦ ਔਰਤ ਨੇ ਮਿਲ ਕੇ ਹੱਲ ਕਰਨੇ ਹੁੰਦੇ ਆ, ਜਿਹਦੇ ਵਿੱਚ ਕਿਸਾਨ ਮੋਰਚੇ ਨੇ ਇਹ ਬੜੀ ਵੱਡੀ ਭੂਮਿਕਾ ਅਦਾ ਕੀਤੀ ਹੈ। ਤੇ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤੰਦਰੁਸਤ, ਹਾਂ ਪੱਖੀ ਔਰਤ ਦਾ ਜਿਹੜਾ ਇੱਕ ਨੈਗੇਟਿਵ ਨਜ਼ਰੀਆ, ਔਰਤ ਦਾ ਇੱਕ ਪੋਜੀਅਰ ਸਿਰਜਿਆ ਗਿਆ ਖਾਸ ਕਰਕੇ ਮੀਡੀਆ ਵੱਲੋਂ ਜਾਂ ਸਾਡੇ ਇੰਟਰਨੈਟ ਦੇ ਉੱਤੇ, ਉਹ ਟੁੱਟੇਗਾ ਤੇ ਔਰਤ ਦੀ ਜਿਹੜੀ ਜੁਝਾਰੂ ਤੇ ਸੋਚਣ ਦੀ ਜਿਹੜੀ ਬਿਰਤੀ ਹੈ, ਔਰ ਖਾਸ ਕਰਕੇ ਇਹਨਾਂ ਜਿਹੜੀਆਂ ਪੀਪਲਜ਼ ਮੂਵਮੈਂਟ ਦੇ ਵਿੱਚ ਪਾਰਟਿਸਿਪੇਸ਼ਨ ਕਰਨ ਦੀ ਜਿਹੜੀ ਉਹਦੀ ਭਾਗੀਦਾਰੀ ਹੈ, ਉਹਨੂੰ ਹਾਂ ਪੱਖੀ ਹੁੰਗਾਰੇ ਨਾਲ ਤੰਦਰੁਸਤ ਇੱਕ ਰੁਝਾਨ ਪੈਦਾ ਕਰੇਗੀ। ਢਿੱਲੋਂ ਜੀ, ਸਾਡੇ ਸ਼ੋਅ 'ਚ ਜੋੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੇ ਇੱਥੇ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਅਸੀਂ ਆਪਣੇ ਦਰਸ਼ਕਾਂ ਕੋਲੋਂ ਵੀ ਆਗਿਆ ਲੈਂਦੇ ਹਾਂ। ਬਹੁਤ-ਬਹੁਤ ਧੰਨਵਾਦ ਜੀ।